ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਨਦੀਪ ਸਿੰਘ ਗੋਤਰਾ ਗੁਰਦਾਸਪੁਰ ਤੋਂ। ਮਿਤੀ 2 ਮਈ। ਅੱਜ ਦਾ ਵਿਸ਼ਾ ਡਰਾਈਵਰ ਮਨਜੀਤ ਸਿੰਘ ਹਜੂਰ ਸਾਹਿਬ ਤੋਂ ਸੰਗਤ ਨੂੰ ਵਾਪਸ ਲਿਆਉਣ ਵਾਸਤੇ ਗਈਆਂ ਬੱਸਾਂ ਦਾ ਡਰਾਈਵਰ ਕਰੋਨਾ ਵਾਰੀਅਰ ਹੈ ਜਾਂ ਨਹੀਂ। ਗੱਲਬਾਤ ਸਿਰਫ ਤਰਕ ਅਤੇ ਤੱਥਾਂ ਦੇ ਆਧਾਰ ਤੇ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪੂਰੇ ਹੀ ਦੇਸ਼ ਵਿੱਚ ਵੱਖ-ਵੱਖ ਸੂਬਿਆਂ ਨੇ ਇਸ ਕਰੋਨਾ ਮਹਾਮਾਰੀ ਦੇ ਨਾਲ ਲੜ ਰਹੇ ਫਰੰਟ ਲਾਈਨ ਦੇ ਵਾਰੀਅਰ ਵਾਸਤੇ, ਕਰੋਨਾ ਯੋਧਿਆਂ ਵਾਸਤੇ ਕੁਛ ਨਾ ਕੁਛ ਸਹੂਲਤਾਂ ਐਲਾਨੀਆਂ। ਉਹਨਾਂ ਦਾ ਹੌਸਲਾ, ਉਹਨਾਂ ਦਾ ਮਨੋਬਲ ਵਧਾਉਣ ਵਾਸਤੇ, ਆਪਣੀ ਪੂਰੀ ਡਿਊਟੀ ਉਹ ਮਾਨਵਤਾ ਦੀ ਰੱਖਿਆ ਵਾਸਤੇ ਇਮਾਨਦਾਰੀ ਨਾਲ, ਪੂਰੇ ਜੋਸ਼ ਦੇ ਨਾਲ ਕਰਨ, ਉਹਦੇ ਵਾਸਤੇ ਕੁਛ ਨਾ ਕੁਛ ਉਹਨਾਂ ਦਾ ਖਿਆਲ ਰੱਖਿਆ ਜਾਣ ਵਾਸਤੇ, ਉਹਨਾਂ ਦੇ ਪਰਿਵਾਰ ਦਾ ਖਿਆਲ ਰੱਖਿਆ ਜਾਣ ਵਾਸਤੇ ਬਹੁਤ ਸਾਰੀਆਂ ਸੁਵਿਧਾ ਜਿਹੜੀਆਂ ਵਾ ਐਲਾਨੀਆਂ ਗਈਆਂ। ਇਸੇ ਦੇ ਮੱਦੇਨਜ਼ਰ ਇਹਦੇ ਲਕਸ਼ਯ ਕਦਮ ਤੇ ਚੱਲਦੇ ਹੀ ਪੰਜਾਬ ਸਰਕਾਰ ਨੇ ਵੀ ਐਲਾਨ ਕੀਤਾ ਸੀ 50 ਲੱਖ ਦੀ ਜੀਵਨ ਬੀਮਾ ਰਾਸ਼ੀ ਦਾ। ਕਰੋਨਾ ਵਾਰੀਅਰ ਲੜ ਰਹੇ ਨੇ ਬਾਹਰ ਖੁੱਲੇ ਵਿੱਚ ਆਪਣੇ ਘਰ ਤੋਂ ਬਾਹਰ ਨਿਕਲ ਕੇ, ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਤੇ ਉਹਨਾਂ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਏਗੀ। ਤਖਤ ਸ੍ਰੀ ਹਜੂਰ ਸਾਹਿਬ ਵਿੱਚ ਲਾਕਡਾਊਨ ਕਰਕੇ ਫਸੀ ਪੰਜਾਬ ਦੀ ਸੰਗਤ ਨੂੰ ਵਾਪਸ ਲਿਆਉਣ ਵਾਸਤੇ ਪੰਜਾਬ ਸਰਕਾਰ ਨੇ ਇੱਥੋਂ ਦੀ 80 ਬੱਸਾਂ 25 ਤਰੀਕ ਨੂੰ ਭੇਜੀਆਂ ਸੀ। ਉਹਨਾਂ ਬੱਸਾਂ ਵਿੱਚੋਂ ਇੱਕ ਦੇ ਡਰਾਈਵਰ ਦੀ ਰਸਤੇ ਵਿੱਚ ਹੀ ਦਿਲ ਦੇ ਦੌਰੇ ਪੈਣ ਨਾਲ ਮੌਤ ਹੋ ਗਈ ਔਰ ਪੰਜਾਬ ਸਰਕਾਰ ਵੱਲੋਂ ਇਸ ਡਰਾਈਵਰ ਨੂੰ ਸਿਰਫ 10 ਲੱਖ ਦੀ ਮਾਲੀ ਸਹਾਇਤਾ ਦਿੱਤੀ ਗਈ। ਪੰਜਾਬ ਸਰਕਾਰ ਦੇ ਐਲਾਨ ਮੁਤਾਬਕ ਜੇ ਕਿਸੇ ਵੀ ਮੁਲਾਜ਼ਮ ਦੀ, ਕਰੋਨਾ ਵਾਰੀਅਰ ਦੀ ਡਿਊਟੀ ਦਿੰਦੇ ਸਮੇਂ ਮੌਤ ਹੋ ਜਾਂਦੀ ਹੈ ਤੇ ਉਹਨਾਂ ਵਾਸਤੇ 50 ਲੱਖ ਦੀ ਜਿਹੜੀ ਰਾਸ਼ੀ ਹੈ ਜੀਵਨ ਬੀਮਾ ਤੈਅ ਕੀਤਾ ਗਿਆ ਸੀ। ਤੇ ਜੇ ਇਸ ਮਨਜੀਤ ਸਿੰਘ ਡਰਾਈਵਰ ਨੂੰ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ਤੇ ਇਸ ਦਾ ਮਤਲਬ ਇਹ ਹੋਇਆ ਕਿ ਪੰਜਾਬ ਸਰਕਾਰ ਦੇ ਮੁਤਾਬਕ ਮਨਜੀਤ ਸਿੰਘ ਡਰਾਈਵਰ ਜੋ ਬੱਸਾਂ ਨੂੰ ਲੈ ਕੇ ਹਜੂਰ ਸਾਹਿਬ ਸਰਕਾਰ ਦੇ ਹੁਕਮ ਤੇ ਗਿਆ ਸੀ, ਉਹ ਕਰੋਨਾ ਵਾਰੀਅਰ ਦੀ ਲਿਸਟ ਵਿੱਚ ਨਹੀਂ ਹੁੰਦਾ। ਤੇ ਹੁਣ ਜੋ ਮੇਰੇ ਮਨ ਵਿੱਚ ਸਵਾਲ ਆਇਆ ਜਾਂ ਤੁਹਾਡੇ ਵੀ ਸਾਰਿਆਂ ਦੇ ਮਨ 'ਚ ਸਵਾਲ ਆ ਰਿਹਾ ਹੋਏਗਾ ਕਿ ਫਿਰ ਕਰੋਨਾ ਵਾਰੀਅਰ ਦੀ ਵਿਆਖਿਆ ਕੀ ਹੈ? ਉਹ ਕੌਣ-ਕੌਣ ਯੋਧੇ ਨੇ ਜੋ ਇਸ ਸਮੇਂ ਆਪਣੇ ਘਰਾਂ ਵਿੱਚ ਨਾ ਬੈਠ ਕੇ ਬਾਹਰ ਜਾ ਕੇ ਆਪਣੀ ਡਿਊਟੀ ਦੇ ਰਹੇ ਹੈ ਔਰ ਜੋ ਕਿ ਐਲੀਜੀਬਲ ਹੈ, ਜਿਨ੍ਹਾਂ ਨੂੰ ਕਿ ਜੀਵਨ ਬੀਮਾ ਦੀ ਰਾਸ਼ੀ 50 ਲੱਖ ਦੀ ਮਿਲਣੀ ਬਣਦੀ ਹੈ। ਅਗਰ ਦੇਖਿਆ ਜਾਏ, ਡਾਕਟਰਾਂ ਤੋਂ ਇਲਾਵਾ, ਹਸਪਤਾਲਾਂ ਵਿੱਚ ਡਾਕਟਰਾਂ ਤੋਂ ਇਲਾਵਾ ਹੋਰ ਵੀ ਕਈ ਸਾਰੇ ਮਹਿਕਮੇ ਨੇ ਜੋ ਕਿ ਇਸ ਸਮੇਂ ਆਪਣੇ ਘਰਾਂ ਤੋਂ ਬਾਹਰ ਨਿਕਲ ਕਰ ਸਰਕਾਰ ਦੇ ਹੁਕਮਾਂ ਮੁਤਾਬਕ ਹੀ ਆਪਣੀ ਡਿਊਟੀ ਜਿਹੜੀ ਹੈ ਉਹ ਲੋਕਾਂ ਵਾਸਤੇ ਕਰ ਰਹੇ ਨੇ। ਜਿਸ ਤਰ੍ਹਾਂ ਕਿ ਡਾਕਟਰ, ਨਰਸਰਾ, ਮੈਡੀਕਲ ਸਟਾਫ, ਪੈਰਾਮੈਡੀਕਲ ਸਟਾਫ ਤਾਂ ਹੈ। ਹਸਪਤਾਲਾਂ ਦੇ ਕਈ ਕਰਮਚਾਰੀ ਨੇ, ਸਫਾਈ ਕਰਮਚਾਰੀ, ਐਂਬੂਲੈਂਸ ਸਟਾਫ ਹੋ ਗਿਆ, ਪੁਲਿਸ ਪ੍ਰਸ਼ਾਸਨ ਦੇ ਦਫ਼ਤਰ ਵਾਲੇ, ਮੰਡੀ ਬੋਰਡ ਵਾਲੇ, ਆਈਸੋਲੇਸ਼ਨ ਸੈਂਟਰ ਵਿੱਚ ਇਕਾਂਤਵਾਸ ਵਿੱਚ ਜਿਨ੍ਹਾਂ ਦੀ ਡਿਊਟੀ ਕਰ ਰਹੇ ਨੇ, ਟੀਚਰ, ਅਧਿਆਪਕ, ਪਟਵਾਰੀ, ਐਫਸੀਆਈ ਦੀ ਲੇਬਰ ਜੋ ਕਿ ਇਸ ਸਮੇਂ ਆਲਰੇਡੀ ਮੰਡੀ ਵਗੈਰਾ ਚੱਲ ਰਹੀ, ਜੋ ਸਮਾਜ ਸੇਵੀ ਆਪਣੀ ਸਮਾਜ ਦੀ ਸੇਵਾ ਵਾਸਤੇ ਅੱਗੇ ਆਏ ਨੇ ਪ੍ਰਸ਼ਾਸਨ ਦੇ ਨਾਲ, ਜੋ ਮਾਲ ਗੱਡੀਆਂ ਚੱਲ ਰਹੀਆਂ ਉਹਨਾਂ ਦੇ ਡਰਾਈਵਰ, ਬਿਜਲੀ ਮਹਿਕਮੇ ਦੇ ਐਸਡੀਓ, ਜੇਈ, ਐਕਸੀਅਨ, ਲਾਈਨਮੈਨ, ਮੁਨਸਿਪਲ ਕਾਰਪੋਰੇਸ਼ਨ ਦੇ ਲੇਬਰ, ਸੀਵਰੇਜ ਵਾਲੇ, ਗਾਰਬੇਜ ਡਿਸਪੋਜ਼ਲ, ਉਸ ਤੋਂ ਬਾਅਦ ਵਾਟਰ ਸਪਲਾਈ ਵਾਲਾ ਮਹਿਕਮਾ ਆ ਗਿਆ, ਪਾਣੀ ਵਾਲੇ, ਹਰ ਕਿਸੇ ਨੂੰ ਜੋ ਕਿ ਸਿਰਫ ਇਸ ਵਾਸਤੇ ਲਾਕਡਾਊਨ ਤੋਂ ਬਾਹਰ ਆਇਆ ਹੈ ਜਾਂ ਕਿ ਆਪਣੀਆਂ ਜਿਹੜੀਆਂ ਸੇਵਾਵਾਂ ਵਾ ਸਰਕਾਰ ਦੇ ਹੁਕਮ ਮੁਤਾਬਕ ਲੋਕਾਂ ਨੂੰ ਦੇ ਸਕਣ। ਇਹ ਜਿਨ੍ਹਾਂ ਦਾ ਵੀ ਮੈਂ ਨਾਮ ਲਿਆ, ਜੋ ਵੀ ਮਹਿਕਮੇ ਮੈਂ ਗਿਣਾਏ ਆ, ਹੋ ਸਕਦਾ ਹੈ ਕੁਝ ਇੱਕ ਅੱਧਾ ਰਹਿ ਵੀ ਗਿਆ ਹੋਏ। ਕਹਿਣ ਦਾ ਮਤਲਬ ਕਿ ਬਹੁਤ ਸਾਰੇ ਮਹਿਕਮੇ, ਲੋਕੀ ਜਿਹੜੇ ਹੈ ਉਹ ਆਪਣੀਆਂ ਡਿਊਟੀਆਂ ਬਾਹਰ ਦੇ ਰਹੇ ਹੈ। ਅਦਰਵਾਈਜ਼ ਇਸ ਟਾਈਮ ਤੇ, ਲਾਕਡਾਊਨ ਦੇ ਟਾਈਮ ਤੇ, ਨਾ ਕੋਈ ਫੈਕਟਰੀ ਚੱਲ ਰਹੀ ਹੈ, ਸਾਰੇ ਦਫ਼ਤਰ ਬੰਦ ਹੈ, ਹਰ ਚੀਜ਼ ਜਿਹੜੀ ਹੈ ਲਾਕਡਾਊਨ ਵਿੱਚ ਬੰਦ ਕੀਤੀ ਗਈ। ਫਿਰ ਵੀ ਆ ਜਿਹੜੇ ਲੋਕੀ ਬਾਹਰ ਹੈ ਇਸ ਟਾਈਮ ਘਰਾਂ ਤੋਂ, ਇਹਨਾਂ ਨੂੰ ਹੁਕਮ ਹੋਏ ਸਰਕਾਰ ਵੱਲੋਂ, ਇਸ ਕਰਕੇ ਹੀ ਇਹ ਬਾਹਰ ਹੈ। ਤੇ ਇਹ ਸਭ ਵਿੱਚੋਂ ਦੀ ਕਰੋਨਾ ਵਾਰੀਅਰ ਦੀ ਲਿਸਟ ਵਿੱਚ ਕੌਣ-ਕੌਣ ਆਉਂਦਾ ਹੈ, ਇਹਦੀ ਇੱਕ ਪੱਕੀ ਆਰਡਰ ਲਿਸਟ, ਗੈਜ਼ਟ ਕਹਿ ਲਓ, ਸਰਕਾਰ ਵੱਲੋਂ ਪਹਿਲੇ ਹੀ ਜ਼ਾਹਿਰ ਹੋ ਜਾਣਾ ਚਾਹੀਦਾ ਸੀ ਤਾਂ ਕਿ ਕੋਈ ਵੀ ਮਤਭੇਦ ਨਾ ਹੋਣ, ਇਹਦੇ ਉੱਪਰ ਕੋਈ ਰਾਜਨੀਤੀ ਨਾ ਹੋਵੇ, ਲੋਕਾਂ ਨੂੰ ਆਪਣਾ ਹੱਕ ਪਤਾ ਹੋਵੇ, ਉਹਨਾਂ ਦੇ ਮਨ ਵਿੱਚ ਇੱਕ ਤਸਵੀਰ ਪੱਧਰੀ ਹੋਣੀ ਚਾਹੀਦੀ ਕਿ ਹਾਂਜੀ ਜੀ, ਅਸੀਂ ਘਰੋਂ ਬਾਹਰ ਆਏ ਹਾਂ ਔਰ ਸਰਕਾਰ ਸਾਡਾ ਖਿਆਲ, ਸਾਡੇ ਪਰਿਵਾਰ ਦਾ ਸਾਡੇ ਤੋਂ ਬਾਅਦ ਖਿਆਲ ਰੱਖੇਗੀ। ਜੇ ਨਾ ਰੱਬ ਕਰੇ ਕੁਛ ਸਾਨੂੰ ਮਾੜੀ ਘੜੀ ਵਿੱਚ ਜੇ ਹੋ ਜਾਂਦਾ ਹੈ ਤੇ। ਹੁਣ ਇੱਕ ਹੋਰ ਸ਼ੰਕਾ ਜੋ ਕਿ ਤੱਥ ਵੀ ਹੈ, ਇਹ ਹੈ ਕਿ ਇਹ ਸਾਰੇ ਹੀ ਮਹਿਕਮਿਆਂ ਵਿੱਚ ਪੱਕੇ ਮੁਲਾਜ਼ਮਾਂ ਦੇ ਨਾਲ ਤੁਸੀਂ ਸਾਰੇ ਜਾਣੋ ਕਿ ਅੱਜ ਕੱਲ੍ਹ ਠੇਕੇਦਾਰੀ ਪ੍ਰਥਾ ਬਹੁਤ ਜ਼ਿਆਦਾ ਚੱਲ ਪਈ ਹੈ। ਸ਼ਾਰਟੇਜ ਆਫ ਮੈਨ ਪਾਵਰ ਕਰਕੇ ਕੱਚੇ ਮੁਲਾਜ਼ਮ, ਕੱਚੇ ਡਿਊਟੀ ਦੇਣ ਵਾਲੇ ਵੀ ਬਹੁਤ ਹੈਗੇ ਜੋ ਕਿ ਕੰਟਰੈਕਟ ਬੇਸਿਸ ਹੈ। ਹੁਣ ਸਰਕਾਰ ਨੇ ਇਹ ਵੀ ਚੀਜ਼ ਪੱਧਰੀ ਨਹੀਂ ਕੀਤੀ ਕਿ ਸਿਰਫ ਕਰੋਨਾ ਵਾਰੀਅਰ ਦਾ ਜੋ ਬੈਨੀਫਿਟ ਹੈ ਉਹ ਸਿਰਫ ਪੱਕੇ ਮੁਲਾਜ਼ਮਾਂ ਨੂੰ ਹੀ ਮਿਲੇਗਾ ਜਾਂ ਕੱਚੇ ਤੌਰ ਤੇ ਜਿਹੜੇ ਬੰਦੇ ਕੰਮ ਕਰ ਰਹੇ ਮਹਿਕਮਿਆਂ ਦੇ ਨਾਲ ਉਹਨਾਂ ਨੂੰ ਵੀ ਮਿਲੇਗਾ। ਜਿੰਨੇ ਵੀ ਮਹਿਕਮਿਆਂ ਦੇ ਨਾਂ ਲਏ ਜਾਂ ਜੋ ਰਹਿ ਵੀ ਗਏ, ਉਹਦੇ ਵਿੱਚ ਕੋਈ ਵੀ ਐਸਾ ਮਹਿਕਮਾ ਨਹੀਂ ਹੈ ਜਿਹਦੇ ਵਿੱਚ ਕਿ ਕੱਚੇ ਤੌਰ ਤੇ ਮੁਲਾਜ਼ਮ ਕੰਮ ਨਹੀਂ ਕਰਨ ਰਹੇ ਔਰ ਜ਼ਰੂਰਤ ਤੋਂ ਜ਼ਿਆਦਾ ਆਪਣਾ ਸਹਿਯੋਗ ਦੇ ਰਹੇ ਨੇ। ਹੁਣ ਜਿੱਥੋਂ ਅਸੀਂ ਅੱਜ ਆਪਣੀ ਗੱਲ ਸ਼ੁਰੂ ਕੀਤੀ ਸੀ, ਜਿਸ ਮੁੱਦੇ ਦਾ ਅਸੀਂ ਅੱਜ ਚਰਚਾ ਕਰਨ ਵਾਸਤੇ ਮੈਂ ਤੁਹਾਡੇ ਸਾਹਮਣੇ ਆਇਆ, ਜੇ ਉੱਥੇ ਵਾਪਸ ਚੱਲੀਏ ਤੇ ਜੋ ਡਰਾਈਵਰ ਮਨਜੀਤ ਸਿੰਘ ਆਪਣੀ ਜਾਨ
ਤੋਂ ਹੱਥ ਧੋ ਬੈਠਿਆ ਹੈ। ਉਹ ਆਪਣੇ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਬੰਦਾ ਸੀ। ਉਹ ਪੱਕਾ ਮੁਲਾਜ਼ਮ ਪੀਆਰਸੀਟੀਸੀ ਦਾ ਨਹੀਂ ਸੀ। ਉਹ ਆਪਣੀ ਮਰਜ਼ੀ ਦੇ ਨਾਲ ਹਜ਼ੂਰ ਸਾਹਿਬ ਦੀ ਸੰਗਤ ਨੂੰ ਲੈਣ ਵਾਸਤੇ ਬੱਸ ਡਰਾਈਵਰੀ ਕਰਕੇ ਨਵੇਂ ਰੂਟ ਤੇ ਨਹੀਂ ਗਿਆ। ਉਹਨੂੰ ਜੇ 10 ਲੱਖ ਦੀ ਰਾਸ਼ੀ ਦਿੱਤੀ ਗਈ ਹੈ ਤੇ ਇਹ ਇਸ ਪਾਸੇ ਇਸ਼ਾਰਾ ਕਰਦੀ ਹੈ ਕਿ ਉਹਨੂੰ ਸਰਕਾਰ ਨੇ ਕਰੋਨਾ ਵਾਰੀਅਰ ਨਹੀਂ ਮੰਨਿਆ। ਕਿਉਂ ਨਹੀਂ ਮੰਨਿਆ? ਇੱਕ, ਜਾਂ ਤੇ ਉਹ ਕੱਚਾ ਸੀ, ਪੱਕਾ ਨਹੀਂ ਸੀ। ਇਹ ਸਾਰੇ ਅੰਦਾਜ਼ੇ, ਇਹ ਸਾਰੀ ਸ਼ੰਕਾ ਮਨ ਵਿੱਚ ਇਸ ਕਰਕੇ ਆ ਰਹੀ ਹੈ ਕਿਉਂਕਿ ਸਰਕਾਰ ਨਾਕਾਮਯਾਬ ਹੈ ਆਪਣੇ ਆਰਡਰ ਜਨਤਾ ਦੇ ਸਾਹਮਣੇ ਸਾਫ਼ ਤੌਰ ਤੇ ਰੱਖਣ ਵਾਸਤੇ। ਜੇ ਐਸਾ ਕੋਈ ਵੀ ਆਰਡਰ ਹੁੰਦਾ ਤੇ ਅੱਜ ਹਰ ਇੱਕ ਟੀਵੀ ਚੈਨਲ, ਮੀਡੀਆ ਤੇ ਜੋ ਚਰਚਾ ਹੋ ਰਹੀ ਹੈ ਉਹ ਨਾ ਹੁੰਦੀ, ਕਿਉਂਕਿ ਸਰਕਾਰ ਨੇ ਪੱਧਰਾ ਹੀ ਸਾਹਮਣੇ ਲੈਟਰ ਦੱਸ ਦੇਣਾ ਸੀ ਕਿ ਆਹ ਸਾਡੇ ਹੁਕਮ ਸੀ, ਇਹਦੇ ਮੁਤਾਬਕ ਹੀ ਅਸੀਂ ਜਿਹੜਾ ਵਾ ਚੱਲਾਂਗੇ। ਔਰ ਲੋਕਾਂ ਵਾਸਤੇ ਵੀ ਸੌਖਾ ਹੋ ਜਾਂਦਾ ਕਿ ਜਦੋਂ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਬਈ ਅਸੀਂ ਇਸ ਕਰੋਨਾ ਵਾਰੀਅਰ ਦੀ ਲਿਸਟ ਵਿੱਚ ਸ਼ਾਮਿਲ ਨਹੀਂ ਹੈਗੇ, ਅਸੀਂ ਆਪਣੀ ਜਾਨ ਦਾ ਰਿਸਕ ਆਪਣੇ ਪਰਿਵਾਰ ਨੂੰ ਜੋਖਮ ਵਿੱਚ ਕਿਉਂ ਪਾਈਏ, ਅਸੀਂ ਉਹਨਾਂ ਦਾ ਭਵਿੱਖ ਜਿਹੜਾ ਵਾ ਉਹ ਦਾਅ ਤੇ ਕਿਉਂ ਲਾਈਏ। ਜਿੰਨੇ ਵੀ ਕੱਚੇ ਤੌਰ ਤੇ ਕੰਮ ਕਰ ਰਹੇ, ਅਜੇ ਤੱਕ ਆਪਣੇ ਆਪ ਨੂੰ ਕਰੋਨਾ ਵਾਰੀਅਰ ਸਮਝ ਰਹੇ ਸੀ, ਜਿਹਦੀ ਕੀ ਚਰਚਾ ਵੀ ਹੋ ਰਹੀ ਸੀ ਕਿ ਕਾਫੀ ਮੈਡੀਕਲ ਮਹਿਕਮੇ ਵਿੱਚ ਜੋ ਸਟਾਫ ਹੈ ਉਹ ਕੱਚਾ ਹੈ ਔਰ ਉਹਨੂੰ ਪੱਕਾ ਕਰਨ ਦੀਆਂ ਵੀ ਗੁਜ਼ਾਰਿਸ਼ਾਂ ਹੋ ਰਹੀਆਂ ਸੀ, ਉਹ ਸਾਰੇ ਹੀ ਮੈਡੀਕਲ ਸਟਾਫ ਦੇ ਮਨੋਬਲ ਦੇ ਉੱਤੇ ਕੀ ਪ੍ਰਭਾਵ ਪਏਗਾ ਜਦੋਂ ਉਹਨਾਂ ਨੂੰ ਇਹ ਪਤਾ ਲੱਗੇਗਾ ਕਿ ਕੱਚੇ ਬੰਦਿਆਂ ਦੀ ਜ਼ਿੰਦਗੀ ਜੋ ਹੈ ਇਸ ਜੀਵਨ ਬੀਮਾ ਵਿੱਚ ਕਵਰ ਨਹੀਂ ਹੋ ਰਹੀ, ਉਹਦੇ ਅੰਤਰਗਤ ਨਹੀਂ ਆ ਰਹੀ, ਔਰ ਸਾਨੂੰ ਵੀ ਜਿਹੜੇ ਉਹ 50 ਲੱਖ ਦੀ ਰਾਸ਼ੀ ਨਹੀਂ ਮਿਲੇਗੀ ਜੇ ਰੱਬ ਨਾ ਕਰੇ ਸਾਨੂੰ ਕੁਝ ਹੋ ਗਿਆ। ਉਹਨਾਂ ਦੇ ਪਰਿਵਾਰ ਦਾ ਪਿੱਛੇ ਜੋ ਧਿਆਨ ਰੱਖਣ ਦਾ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਉਹਦੇ ਉੱਪਰ ਫੇਲ ਹੁੰਦੀ ਉਹਨਾਂ ਨੂੰ ਇੱਕ ਐਗਜ਼ਾਮਪਲ ਵਿੱਚ, ਇੱਕ ਉਦਾਹਰਣ ਵਿੱਚ, ਇੱਕ ਕੇਸ ਵਿੱਚ ਸਾਹਮਣੇ ਦਿਖ ਗਈ ਹੈ ਤੇ ਕਿੰਨਾ ਜ਼ਿਆਦਾ ਬੁਰਾ ਪ੍ਰਭਾਵ ਉਹਨਾਂ ਦੇ ਮਨੋਬਲ ਦੇ ਉੱਤੇ ਪਏਗਾ। ਉਹਨਾਂ ਦੇ ਜੋ ਅਜੇ ਤੱਕ ਪੂਰੀ ਇਮਾਨਦਾਰੀ ਦੇ ਨਾਲ ਡਿਊਟੀ ਕਰ ਰਹੇ ਸੀ, ਇੱਕ ਤਰ੍ਹਾਂ ਤੋਂ ਉਹ ਆਪਣਾ ਕਦਮ ਪਿੱਛੇ ਲਿਆਉਣਗੇ, ਉਹਨਾਂ ਦੇ ਮਨ ਵਿੱਚ ਇੱਕ ਡਰ ਬਸੇਗਾ। ਇਹ ਮੈਂ ਕੋਈ ਗਲਤ ਗੱਲਾਂ ਨਹੀਂ ਫੈਲਾ ਰਿਹਾ, ਇਹ ਹਰ ਇੱਕ ਮਨ ਦੇ ਅੰਦਰ, ਜੇ ਮੇਰੇ ਮਨ 'ਚ ਸ਼ੰਕਾ ਆਈ ਹੈ ਤੇ ਜੋ ਉੱਥੇ ਕਰੋਨਾ ਵਾਰੀਅਰ ਬਣ ਕੇ ਬਾਹਰ ਲੜ ਰਹੇ ਕਿ ਉਹਨਾਂ ਨੇ ਇਹ ਸਭ ਚੀਜ਼ਾਂ ਨਹੀਂ ਦੇਖੀਆਂ ਸੋਸ਼ਲ ਮੀਡੀਆ ਤੇ ਜਾਂ ਜੋ ਸਭ ਕੁਝ ਖਬਰਾਂ ਵਿੱਚ ਚੱਲ ਰਿਹਾ, ਉਹਨਾਂ ਦੇ ਮਨ ਵਿੱਚ ਇਹ ਸਵਾਲ ਨਹੀਂ ਆਏਗਾ। ਮੈਂ ਇਸ ਸਮੇਂ ਕਿਸੇ ਵੀ ਰਾਜਨੀਤਿਕ ਤੌਰ ਤੇ ਜਾਂ ਕਿਸੇ ਪਾਰਟੀ ਦੇ ਹਿਸਾਬ ਨਾਲ ਗੱਲ ਨਹੀਂ ਕਰ ਰਿਹਾ। ਭਗਵੰਤ ਮਾਨ ਸਾਹਿਬ ਨੇ ਵੀ ਇਹਦੇ ਵਾਸਤੇ ਸਰਕਾਰ ਵਿੱਚ ਸਵਾਲ ਚੁੱਕੇ ਸੀ ਔਰ ਉਹਨਾਂ ਨੂੰ ਕਮ ਸੇ ਕਮ ਉਹਨਾਂ ਦੇ ਮੈਂ ਵੀਡੀਓ ਦੇਖੇ ਸੀ ਤੇ 2 ਜਾਂ 3 ਵਾਰ ਉਹਨਾਂ ਨੇ ਸਿੱਧੇ ਤੌਰ ਤੇ ਸਿਹਤ ਮੰਤਰਾਲੇ ਦੇ ਨਾਲ ਵੀ ਗੱਲ ਕੀਤੀ ਔਰ ਕਿਹਾ ਕਿ ਵੀ 50 ਲੱਖ ਦੀ ਰਾਸ਼ੀ ਜਿਹੜੀ ਹੈ ਦਿੱਤੀ ਜਾਏ, ਔਰ ਉਹਨਾਂ ਦੀ ਉਹ ਗੱਲ ਜਿਹੜੀ ਹੈ ਉਹ ਨਹੀਂ ਮੰਨੀ ਗਈ। ਉਹਨਾਂ ਨੂੰ ਇਹ ਸ਼ਾਇਦ ਜਵਾਬ ਮਿਲਿਆ ਕਿ ਬਈ ਇਹ ਕਰੋਨਾ ਵਾਰੀਅਰ ਨਹੀਂ ਹੈ, ਜਾਂ ਫਿਰ ਪੰਜਾਬ ਸਰਕਾਰ ਸਿੱਧੇ ਤੌਰ ਤੇ 50 ਲੱਖ ਦਾ ਮੁਆਵਜ਼ਾ ਦੇਣ ਤੋਂ ਕਰੋਨਾ ਵਾਰੀਅਰ ਨੂੰ ਮੁਕਰ ਰਹੀ ਹੈ। ਇਸ ਔਖੀ ਘੜੀ ਵਿੱਚ ਮੇਰੀ ਸਰਕਾਰ ਤੋਂ ਇਹੋ ਹੀ ਬੇਨਤੀ ਹੈ ਕਿ ਆਪਣੀਆਂ ਜੋ ਵੀ ਪਾਲਿਸੀਆਂ ਇਸ ਟਾਈਮ ਬਣ ਰਹੀਆਂ ਜਾਂ ਜੋ ਵੀ ਕਦਮ ਉਹ ਲੋਕਾਂ ਦੇ ਹਿੱਤ ਵਾਸਤੇ ਚੁੱਕ ਰਹੇ ਨੇ, ਉਹਨਾਂ ਤੇ ਪੂਰੇ ਉਤਰਨ, ਪੂਰੀ ਪਾਰਦਰਸ਼ਿਤਾ ਦੇ ਨਾਲ ਹਰ ਚੀਜ਼ ਸਾਂਝੀ ਕਰਨ ਜਨਤਾ ਦੇ ਨਾਲ, ਲੋਕਾਂ ਦੇ ਨਾਲ। ਜੋ ਵੀ ਮਹਿਕਮੇ ਇਸ ਟਾਈਮ ਤੇ ਇਸ ਕਰੋਨਾ ਦੇ ਨਾਲ ਲੜਨ ਵਾਸਤੇ ਬਰਾਬਰ ਦਾ ਸਹਿਯੋਗ ਦੇ ਰਹੇ ਹੈ, ਹਰ ਚੀਜ਼ ਜਿਹੜੀ ਹੈ ਜਨਤਾ ਤੱਕ ਪਹੁੰਚਣੀ ਚਾਹੀਦੀ। ਹਰ ਇੱਕ ਨया ਨਿਯਮ, ਹਰ ਇੱਕ ਕਾਨੂੰਨ ਦੇ ਬਾਰੇ ਜਨਤਾ ਨੂੰ ਪਤਾ ਹੋਣਾ ਚਾਹੀਦਾ। ਡਿਸਟ੍ਰੈਸ, ਅਨਰੈਸਟ ਨਹੀਂ ਫੈਲਣਾ ਚਾਹੀਦਾ। ਕਿਸੇ ਵੀ ਤਰ੍ਹਾਂ ਦੀ ਗਲਤ ਫਹਿਮੀਆਂ ਲੋਕਾਂ ਦੇ ਮਨ ਵਿੱਚ ਇਸ ਟਾਈਮ ਬਣਨੀਆਂ, ਉਜਾਗਰ ਹੋਣੀਆਂ ਖਤਰਨਾਕ ਹੋ ਸਕਦੀਆਂ ਵਾ ਇਸ ਮਾਹੌਲ ਵਿੱਚ, ਜਦੋਂ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਕਜੁੱਟ ਹੋ ਕੇ ਇਹਦੇ ਨਾਲ ਲੜਨਾ ਹੈ। ਦੂਸਰੀ ਜਿਹੜੀ ਸ਼ੰਕਾ ਮੇਰੇ ਮਨ 'ਚ ਹੈਗੀ ਹੈ ਉਹ ਇਹ ਹੈ, ਔਰ ਇਹ ਸਾਰੀਆਂ ਸ਼ੰਕਾਵਾਂ ਇਸ ਕਰਕੇ ਕਿਉਂਕਿ ਸਰਕਾਰ ਨੇ ਆਪਣਾ ਜੋ ਵੀ ਕੰਡੀਸ਼ਨਾਂ ਹੈਗੀਆਂ ਵਾ, ਜੋ ਵੀ ਉਹਨਾਂ ਨੇ ਸੋਚ ਕੇ ਇਹ ਜੀਵਨ ਬੀਮੇ ਦੀ ਰਕਮ ਐਲਾਨੀ ਸੀ, ਉਹ ਉਹਨਾਂ ਨੇ ਅਜੇ ਤੱਕ ਪੱਧਰੀਆਂ ਨਹੀਂ ਕੀਤੀਆਂ। ਰਿਟਨ ਵਿੱਚ, ਲਿਖਤ ਵਿੱਚ ਕੋਈ ਵੀ ਆਰਡਰ ਜਿਹੜਾ ਵਾ ਉਹ ਨਾ ਤੇ ਸੋਸ਼ਲ ਮੀਡੀਆ ਨੂੰ, ਨਾ ਕਿਸੇ ਰਿਪੋਰਟਰਾਂ ਨੂੰ, ਨਾ ਅਖਬਾਰ ਰਾਹੀਂ ਹਰ ਇੱਕ ਜਨਤਾ ਤੱਕ, ਜਾਂ ਕਮ ਸੇ ਕਮ ਕਰੋਨਾ ਵਾਰੀਅਰ ਜਿਨ੍ਹਾਂ ਨੂੰ ਉਹਨਾਂ ਨੇ ਨਾਂ ਦਿੱਤਾ ਵਾ ਔਰ ਉਹਦੇ ਵਿੱਚ ਕੌਣ-ਕੌਣ ਸ਼ਾਮਿਲ ਹੈ, ਉਹਨਾਂ ਤੱਕ ਵੀ ਜਿਹੜੀ ਇਹ ਚੀਜ਼ ਨਹੀਂ ਪਹੁੰਚੀ। ਸਰਕਾਰ ਦਾ ਇਹ ਮੰਨਣਾ ਹੈ ਕਿ ਕਰੋਨਾ ਵਾਰੀਅਰ ਦੀ ਅਗਰ ਮੌਤ ਸਿਰਫ ਕਰੋਨਾ ਉਹਨਾਂ ਨੂੰ ਹੋਣ ਤੋਂ ਹੀ ਅਗਰ ਹੁੰਦੀ ਹੈ ਔਰ ਫੇਰ ਹੀ ਜਿਹੜੀ ਇਹ ਰਾਸ਼ੀ ਦਿੱਤੀ ਜਾਏਗੀ, ਤੇ ਫਿਰ ਵੀ ਜਿਹੜੀ ਇਹ ਗਲਤ ਗੱਲ ਲੱਗਦੀ ਹੈ, ਜਾਇਜ਼ ਨਹੀਂ ਹੁੰਦੀ, ਕਿਉਂਕਿ ਮੌਤ ਹੁੰਦੀ ਹੈ, ਉਹਦਾ ਬਹੁਤ ਹੀ ਵੱਡਾ ਨੁਕਸਾਨ, ਘਾਟਾ ਜਿਹੜਾ ਵਾ ਪਰਿਵਾਰ ਨੂੰ ਸਹਿਣਾ ਪੈਂਦਾ ਹੈ। ਔਰ ਅਗਰ ਕੋਈ ਵੀ ਕਰੋਨਾ ਵਾਰੀਅਰ ਇਸ ਟਾਈਮ ਘਰੋਂ ਬਾਹਰ ਹੈ ਔਰ ਪਤਾ ਨਹੀਂ ਕਿੰਨੇ ਹੀ ਜ਼ਰੀਏ ਹੈਗੇ ਜਿਹਦੇ ਕਰਕੇ ਕਿ ਇਨਸਾਨ ਤੇ ਮੌਤ ਆ ਸਕਦੀ ਹੈ, ਐਕਸੀਡੈਂਟ ਹੋ ਸਕਦਾ ਵਾ, ਹਾਰਟ ਅਟੈਕ ਆ ਸਕਦਾ ਹੈ, ਜਿਸ ਤਰ੍ਹਾਂ ਕਿ ਡਰਾਈਵਰ ਸਾਹਿਬ ਨੂੰ ਆਇਆ ਸੀ। ਆਪਣੀ ਡਿਊਟੀ ਦਿੰਦੇ ਦੌਰਾਨ ਕਈ ਤਰ੍ਹਾਂ ਦੇ ਹਾਦਸੇ ਜਿਹੜੇ ਹੈ ਵਾਪਰ ਸਕਦੇ। ਅੰਤ ਵਿੱਚ ਮੈਂ ਸਿਰਫ ਇੰਨੀ ਹੀ ਬੇਨਤੀ ਕਰਾਂਗਾ ਸਾਰਿਆਂ ਨੂੰ, ਜੇ ਤੁਸੀਂ ਮੇਰੇ ਇਹਨਾਂ ਤੱਥਿਆਂ ਤੋਂ ਜਾਂ ਤਰਕਾਂ ਤੋਂ ਸਹਿਮਤ ਹੋ ਕਿ ਸਰਕਾਰ ਨੂੰ ਇੱਕ ਕਰੋਨਾ ਵਾਰੀਅਰ ਦੀ ਜਿਹੜੀ ਲਿਸਟ ਹੈਗੀ ਹੈ ਉਹ ਜ਼ਾਹਿਰ ਕਰਨੀ ਚਾਹੀਦੀ ਕਿ ਉਹਨਾਂ ਨੇ ਕਿਸ ਮਹਿਕਮਿਆਂ ਨੂੰ ਔਰ ਕਿਹੜੀ ਡਿਊਟੀ ਕਰਨ ਵਾਲੇ ਕਿਸ ਮੁਲਾਜ਼ਮ ਨੂੰ ਕਰੋਨਾ ਵਾਰੀਅਰ ਦੇ ਵਿੱਚ ਇਨਕਲੂਡ ਕੀਤਾ ਹੈ, ਜਿਨ੍ਹਾਂ ਨੂੰ ਕਿ ਉਹ ਜੀਵਨ ਬੀਮਾ 50 ਲੱਖ ਦਾ ਮਿਲੇਗਾ ਜਾਂ ਹੋਰ ਵੀ ਸਹੂਲਤਾਂ ਜਿਹੜੀਆਂ ਕਰੋਨਾ ਵਾਰੀਅਰ ਵਾਸਤੇ ਐਲਾਨ ਕੀਤੀਆਂ ਗਈਆਂ ਨੇ ਉਹਦੇ ਹੱਕਦਾਰੀ ਹੋਣਗੇ। ਪੱਧਰਾ ਕੀਤਾ ਜਾਏ, ਸਾਫ਼ ਕੀਤਾ ਜਾਏ ਤਾਂ ਕਿ
ਲੋਕਾਂ ਨੂੰ ਪਤਾ ਹੋਏ ਕਿਹਨੂੰ ਕਿਹਨੂੰ ਔਰ ਕਿਸ ਤਰ੍ਹਾਂ ਕਿਹੜੀ ਸਹੂਲਤ ਜੇ ਰੱਬ ਨਾ ਕਰੇ ਕੋਈ ਦੁਰਘਟਨਾ ਘਟ ਜਾਂਦੀ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਮਿਲੇਗੀ। ਦੂਸਰੀ ਗੱਲ, ਸਿਰਫ ਕਰੋਨਾ ਦੇ ਨਾਲ ਹੀ ਜੇ ਕਿਸੇ ਦੀ ਮ੍ਰਿਤਿੂ ਹੁੰਦੀ ਹੈ ਕਿ ਵੀ ਮੈਂ ਡਿਊਟੀ ਤੇ ਹੀ ਔਰ ਮੈਨੂੰ ਕਰੋਨਾ ਲੱਗ ਗਿਆ ਤੇ ਹੀ ਸਿਰਫ ਉਹ ਇਸ ਦਾ ਹੱਕਦਾਰ ਹੋਏਗਾ, ਜਾਂ ਜੇ ਕਿਸੇ ਵੀ ਹੋਰ ਤਰੀਕੇ ਦੇ ਨਾਲ ਜੇ ਕਿਸੇ ਹਾਦਸੇ ਵਿੱਚ ਕਿਸੇ ਡਿਊਟੀ ਦਿੰਦੇ ਟਾਈਮ ਕਿਸੇ ਹੋਰ ਤਰੀਕੇ ਦੇ ਨਾਲ ਵੀ ਜੇ ਮੌਤ ਹੋ ਜਾਂਦੀ ਹੈ ਤੇ ਉਹਨਾਂ ਨੂੰ ਵੀ ਇਸ ਜੀਵਨ ਬੀਮੇ ਵਿੱਚ ਕਵਰ ਕੀਤਾ ਜਾਏਗਾ, ਉਹਦੇ ਲਾਭਕਾਰੀ ਹੋਣਗੇ। ਜੇ ਤੁਸੀਂ ਇਹਨਾਂ ਦੋਵਾਂ ਗੱਲਾਂ ਤੋਂ ਸਹਿਮਤ ਹੋ ਤੇ ਆਪਣੀ ਸਹਿਮਤੀ ਕਮੈਂਟਾਂ ਵਿੱਚ ਦੇ ਸਕਦੇ ਹੋ। ਵੱਧ ਤੋਂ ਵੱਧ ਇਸ ਚੀਜ਼ ਨੂੰ ਸ਼ੇਅਰ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚੇ। ਮੀਡੀਆ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਵਾ ਉਹਨਾਂ ਨੂੰ ਸਰਕਾਰ ਇੰਨੇ ਗੰਭੀਰ ਤੌਰ ਤੇ ਨਹੀਂ ਲੈਂਦੀ, ਕਿਉਂਕਿ ਉੱਥੇ ਕਈ ਤਰ੍ਹਾਂ ਦੇ ਪਾਰਟੀ ਦੇ ਜਿਹੜੇ ਨੁਮਾਇੰਦੇ ਹੁੰਦੇ ਆ ਉਹ ਇੱਕ ਦੂਜੇ ਦੇ ਆਰੋਪ ਪ੍ਰਤਿਆਰੋਪ ਕਰਦੇ ਆ, ਪਰੰਤੂ ਜਿਹੜੀ ਜਨਤਾ ਦੀ ਆਵਾਜ਼ ਹੈ, ਜਨਤਾ ਦੇ ਮਨ ਦੀਆਂ ਸ਼ੰਕਾ, ਉਹ ਸਰਕਾਰ ਤੇ ਸਿੱਧੀਆਂ ਪਹੁੰਚਦੀਆਂ ਨੇ ਔਰ ਉਹਦੇ ਉੱਪਰ ਸਰਕਾਰ ਨੂੰ ਕਦਮ ਵੀ ਚੁੱਕਣੇ ਪੈਂਦੇ ਆ। ਇਹ ਬਹੁਤ ਹੀ ਜਾਇਜ਼ ਤੇ ਸਹੀ ਗੱਲ ਹੈ। ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਦਰਖਾਸਤ ਹੈ ਕਿ ਜੇ ਤੁਸੀਂ ਇਸ ਤੋਂ ਸਹਿਮਤ ਹੋ ਤੇ ਵੱਧ ਤੋਂ ਵੱਧ ਇਸ ਪੋਸਟ ਨੂੰ ਸ਼ੇਅਰ ਕਰੋ। ਇਸ ਪੋਸਟ ਨੂੰ ਜੇ ਨਹੀਂ ਵੀ ਸ਼ੇਅਰ ਕਰਨੀ ਔਰ ਤੁਸੀਂ ਸਹਿਮਤ ਹੋ ਤੇ ਤੁਸੀਂ ਆਪਣੇ ਫੇਸਬੁੱਕ ਤੇ ਆਪਣੇ WhatsApp ਤੇ ਪੋਸਟ ਆਪਣੀ ਬਣਾ ਕੇ ਕਿ ਸਾਨੂੰ ਇਸ ਦੋਵਾਂ ਗੱਲਾਂ ਦਾ ਜਵਾਬ ਚਾਹੀਦਾ ਹੈ ਔਰ ਇਹ ਚੀਜ਼ ਸਰਕਾਰ ਜਲਦੀ ਤੋਂ ਜਲਦੀ ਸਾਫ਼ ਪੱਧਰੀ ਕਰਕੇ ਜਨਤਾ ਦੇ ਸਾਹਮਣੇ ਰੱਖੇ, ਤਾਂ ਕਿ ਜਿੰਨੇ ਵੀ ਲੋਕੀ ਆਪਣੀ ਜਾਨ ਦਾ ਜੋਖਿਮ ਪਾ ਕੇ ਪੂਰੀ ਮਾਨਵਤਾ ਵਾਸਤੇ ਘਰੋਂ ਬਾਹਰ ਨਿਕਲ ਕੇ ਜਨ ਕਲਿਆਣ ਸੇਵਾ ਵਿੱਚ ਲੱਗੇ ਹੈ, ਉਹਨਾਂ ਦਾ ਮਨੋਬਲ ਨਾ ਟੁੱਟੇ, ਉਹਨਾਂ ਦੇ ਮਨ ਵਿੱਚ ਕੋਈ ਸ਼ੰਕਾ ਨਾ ਰਹੇ ਔਰ ਪੂਰੀ ਆਪਣੀ ਇਮਾਨਦਾਰੀ ਦੇ ਨਾਲ ਮਿਹਨਤ ਦੇ ਨਾਲ ਉਹ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸੇ ਦੇ ਨਾਲ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ।